ਸਤਿ ਸ੍ਰੀ ਅਕਾਲ ਬੱਚਿਓ। ਅੱਜ ਆਪਾਂ ਆਪਣੀ ਪੰਜਾਬੀ ਦੀ ਪੁਸਤਕ ਵਿੱਚ ਦਰਜ ਪਾਠ 8 ਬਾਬਾ ਫਰੀਦ ਬਾਰੇ ਗੱਲ ਕਰਾਂਗੇ। ਬਾਬਾ ਫਰੀਦ ਦਾ ਨਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ। ਉਹ ਇੱਕ ਪ੍ਰਸਿੱਧ ਸੂਫੀ ਕਵੀ ਸੀ। ਉਹਨਾਂ ਦਾ ਜਨਮ ਮੁਲਤਾਨ ਦੇ ਇੱਕ ਛੋਟੇ ਜਿਹੇ ਪਿੰਡ ਕੋਠੀਵਾਲ ਵਿੱਚ ਹੋਇਆ। 1173 ਈਸਵੀ ਦੇ ਵਿੱਚ ਉਹ ਜਨਮੇ। ਉਹਨਾਂ ਦੇ ਪਿਤਾ ਦਾ ਨਾਂ ਜਮਾਲੂਦੀਨ ਤੇ ਮਾਤਾ ਦਾ ਨਾਂ ਕੁਰਸੁਮ ਸੀ। ਉਹ ਬੇਟਾ 5-7 ਸਾਲ ਤੱਕ ਮੁਲਤਾਨ ਦੇ ਵਿੱਚ ਬਚਪਨ ਦੇ ਵਿੱਚ ਵਿੱਦਿਆ ਪ੍ਰਾਪਤ ਕਰਦੇ ਰਹੇ। ਸ਼ੁਰੂ ਦੇ ਵਿੱਚ ਹੀ ਉਹਨਾਂ ਦਾ ਸੁਭਾਅ ਹੈ ਜਿਹੜਾ ਉਹ ਦੁਨੀਆ ਤੋਂ ਉਪਰਾਮ ਸੀ। ਫੱਕਰ ਸੁਭਾਅ ਦੇ ਮਾਲਕ ਸੀਗੇ ਉਹ। ਫਿਰ ਉਹ ਪਾਕਪਟਨ ਸ਼ਹਿਰ ਦੇ ਵਿੱਚ ਆ ਕੇ ਵਸ ਗਏ। ਉੱਥੇ ਉਹਨਾਂ ਨੇ ਬਖਤਿਆਰ ਕਾਕੀ ਨਾਂ ਦਾ ਗੁਰੂ ਧਾਰਿਆ, ਉਹਦੀ ਸੇਵਾ ਕੀਤੀ, ਉਸ ਤੋਂ ਸਿੱਖਿਆ ਲਈ। ਆਪ ਦੇ ਸੁਭਾਅ ਤੋਂ, ਆਪ ਦਾ ਜਿਹੜਾ ਸਾਦਾ, ਸਰਲ, ਸਬਰ, ਸੰਤੋਖ ਤੇ ਗਰੀਬੀ ਵਾਲਾ ਸੁਭਾਅ ਸੀ, ਉਸ ਤੋਂ ਬਖਤਿਆਰ ਕਾਕੀ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਆਪਣੀ ਗੱਦੀ ਹੈ ਜਿਹੜੀ ਉਹ ਬਾਬਾ ਫਰੀਦ ਜੀ ਨੂੰ ਦੇਤੀ। ਇਸ ਗੱਦੀ ਤੇ ਬਾਬਾ ਫਰੀਦ ਜੀ 32 ਸਾਲ ਰਹੇ। ਆਪ ਦਾ ਬੇਟਾ ਇਹੀ ਉਪਦੇਸ਼ ਸੀ ਕਿ ਸਾਰਿਆਂ ਨਾਲ ਪ੍ਰੇਮ ਕਰੋ, ਸਾਰਿਆਂ ਦਾ ਭਲਾ ਮੰਗੋ, ਕਿਸੇ ਦਾ ਬੁਰਾ ਨਾ ਕਰੋ। ਜੇ ਕੋਈ ਤੁਹਾਡੇ ਨਾਲ ਬੁਰਾ ਵਿਵਹਾਰ ਕਰਦਾ ਹੈ ਤਾਂ ਵੀ ਉਸ ਦੇ ਨਾਲ ਚੰਗਾ ਵਿਵਹਾਰ ਕਰੋ, ਉਹਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੋ। ਇਹਦੇ ਨਾਲ ਤੁਹਾਡਾ ਤਨ ਮਨ ਹੈ ਜਿਹੜਾ ਉਹ ਹਮੇਸ਼ਾ ਸਾਫ਼ ਸੁਥਰਾ ਰਹੂਗਾ, ਮਨ ਦੇ ਵਿੱਚ ਖੁਸ਼ੀ ਰਹੂਗੀ। ਉਹਨਾਂ ਨੇ ਸਾਰਿਆਂ ਨੂੰ ਬੇਟਾ ਕਿਸੇ ਵੀ ਗੱਲ ਦਾ ਗੁੱਸਾ ਨਾ ਕਰਨ ਦੀ ਪ੍ਰੇਰਨਾ ਦਿੱਤੀ, ਕਿਸੇ ਦਾ ਮਨ ਨਾ ਦਿਖਾਉਣ ਦੀ ਪ੍ਰੇਰਨਾ ਦਿੱਤੀ ਕਿ ਹਰ ਇੱਕ ਦੇ ਮਨ ਦੇ ਵਿੱਚ ਪਰਮਾਤਮਾ ਵਸਦਾ ਹੈ। ਉਹਨਾਂ ਦਾ ਜ਼ਿਆਦਾ ਜ਼ੋਰ ਹੈ ਜਿਹੜਾ ਇਹ ਸੰਦੇਸ਼ ਦੇਣ ਤੇ ਸੀ ਕਿ ਸਾਨੂੰ ਉੱਪਰੋਂ ਕੋਈ ਦਿਖਾਵਾ ਜਾਂ ਪਖੰਡ ਨਹੀਂ ਕਰਨਾ ਚਾਹੀਦਾ। ਬਾਹਰੋਂ ਅਸੀਂ ਜੇ ਫਕੀਰੀ ਧਾਰਨ ਕਰ ਲੈਨੇ ਆ ਤਾਂ ਉਹਦਾ ਕੋਈ ਮਤਲਬ ਨਹੀਂ ਰਹਿੰਦਾ ਜੇਕਰ ਅਸੀਂ ਆਪਦੇ ਮਨ ਨੂੰ ਸ਼ੁੱਧ ਨਹੀਂ ਰੱਖਦੇ। ਅੰਦਰੂਨੀ ਸ਼ੁੱਧਤਾ ਜਿਹੜੀ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਦਿਖਾਵਾ ਅਸੀਂ ਲੋਕਾਂ ਨੂੰ ਕਰ ਸਕਦੇ ਹਾਂ, ਪਰਮਾਤਮਾ ਅੱਗੇ ਨਹੀਂ ਕਰ ਸਕਦੇ। ਪਰਮਾਤਮਾ ਦੇ ਭਾਣੇ ਦੇ ਵਿੱਚ ਹੀ ਸਬਰ ਹੈ ਜਿਹੜਾ, ਸੰਤੋਖ ਹੈ, ਉਹ ਰੱਖਣਾ ਚਾਹੀਦਾ। ਉਹਨਾਂ ਦੇ ਇਹ ਸੰਦੇਸ਼ ਸੀਗੇ ਜਿਹੜੇ ਉਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹਰਮਨ ਪਿਆਰੇ ਹੋਏ। ਲੋਕਾਂ ਨੇ ਉਹਨਾਂ ਨੂੰ ਸਵੀਕਾਰ ਬਹੁਤ ਜ਼ਿਆਦਾ ਕੀਤਾ। ਉਹਨਾਂ ਦੇ ਨਾਂ ਦੇ ਪਿੱਛੇ ਹੀ ਲੋਕਾਂ ਵੱਲੋਂ ਬਾਬਾ ਫਰੀਦ ਸ਼ਕਰਗੰਜ ਹੈ ਜਿਹੜਾ ਉਹ ਲਾ ਦਿੱਤਾ ਗਿਆ। ਸ਼ਕਰਗੰਜ ਦਾ ਮਤਲਬ ਹੈ ਮਿਠਾਸ ਦਾ ਭੰਡਾਰ, ਯਾਨੀ ਕਿ ਬਹੁਤ ਮਿੱਠਾ। ਉਹਨਾਂ ਨੇ ਬੇਟਾ ਹਮੇਸ਼ਾ ਲੋਕਾਂ ਨੂੰ ਇਹੀ ਸੰਦੇਸ਼ ਦਿੱਤਾ ਕਿ ਜਿੰਨੀ ਸਾਡੀ ਲੋੜ ਹੈ ਉਸ ਤੋਂ ਵੱਧ ਇਕੱਠਾ ਕਰਨਾ ਹੈ ਜਿਹੜਾ ਉਹ ਸਾਨੂੰ ਬੁਰਾਈਆਂ ਦੇ ਵੱਲ ਲੈ ਕੇ ਜਾਂਦਾ ਹੈ। ਇਸ ਲਈ ਜਦੋਂ ਵੀ ਉਹਨਾਂ ਦੇ ਕੋਲ ਆਪਣੀ ਲੋੜ ਤੋਂ ਜ਼ਿਆਦਾ ਕੁਝ ਜਮ੍ਹਾਂ ਹੁੰਦਾ ਤਾਂ ਉਹ ਸਾਰਾ ਆਪ ਲੋਕਾਂ ਦੇ ਵਿੱਚ ਵੰਡ ਦਿੰਦੇ। ਉਂਝ ਉਹਨਾਂ ਦਾ ਜੀਵਨ ਹੈ ਜਿਹੜਾ ਸਾਰਾ ਬਹੁਤ ਗਰੀਬੀ ਦੇ ਵਿੱਚ ਹੀ ਬੀਤਿਆ। ਪਰ ਉਹਨਾਂ ਦੀ ਮਹਿਮਾ ਸੁਣ ਕੇ ਇੱਕ ਵਾਰ ਕਹਿੰਦੇ ਸੁਲਤਾਨ ਨਸੀਰੂਦੀਨ ਮਹਿਮੂਦ ਨੇ ਉਹਨਾਂ ਨੂੰ ਬਹੁਤ ਸਾਰੀ ਜਗੀਰ ਤੇ ਬਹੁਤ ਸਾਰੀ ਰਕਮ ਭੇਟ ਕੀਤੀ। ਪਰ ਆਪਨੇ ਸਾਰੀ ਰਕਮ ਹੈ ਜਿਹੜੀ ਉਹ ਗਰੀਬ ਗੁਰਬਿਆਂ ਦੇ ਵਿੱਚ ਵੰਡਤੀ ਤੇ ਜਗੀਰ ਹੈ ਜਿਹੜੀ ਉਸਨੂੰ ਵਾਪਸ ਕਰ ਦਿੱਤੀ। ਮਤਲਬ ਇੰਨਾ ਜ਼ਿਆਦਾ ਮਨ ਹੈ ਜਿਹੜਾ ਉਹਨਾਂ ਦਾ ਸਾਫ਼ ਤੇ ਸ਼ੁੱਧ ਸੀ। ਉਹਨਾਂ ਦੀ ਕਰਨੀ ਹੈ ਜਿਹੜੀ ਉਹ ਦੂਰ ਦੂਰ ਤੱਕ ਫੈਲੀ ਸੀ। ਇੱਕ ਵਾਰ ਉਹਨਾਂ ਕੋਲ ਕੋਈ ਵਿਅਕਤੀ ਆਇਆ ਉਹਨਾਂ ਦੇ ਦਰਸ਼ਨ ਕਰਨ, ਤਾਂ ਉਹਨਾਂ ਨੂੰ ਉਹਨੇ ਕੈਂਚੀ ਭੇਂਟ ਕੀਤੀ। ਤਾਂ ਬਾਬਾ ਫਰੀਦ ਜੀ ਨੇ ਉਹ ਕੈਂਚੀ ਦੇਖੀ। ਦੇਖਣ ਤੋਂ ਬਾਅਦ ਉਹ ਉਹਨੂੰ ਵਾਪਸ ਕਰਤੀ। ਇਹ ਸਾਡੇ ਕਿਸੇ ਕੰਮ ਦੀ ਨਹੀਂ, ਇਹ ਤਾਂ ਜੁੜੇ ਹੋਏ ਨੂੰ ਪਾੜਦੀ ਹੈ। ਜੇ ਤੂੰ ਮੈਨੂੰ ਕੋਈ ਭੇਂਟ ਕਰਨਾ ਚਾਹੁੰਦਾ ਕੋਈ ਚੀਜ਼, ਤਾਂ ਮੈਨੂੰ ਸੂਈ ਭੇਂਟ ਕਰ ਜਿਹੜੀ ਕਿ ਪਾਟੇ ਹੋਇਆਂ ਨੂੰ ਜੋੜਦੀ ਹੈ। ਮਤਲਬ ਇਸ ਤਰ੍ਹਾਂ ਦਾ ਉਹਨਾਂ ਦਾ ਸੰਦੇਸ਼ ਹੈ ਜਿਹੜਾ ਉਹ ਸਾਰੇ ਲੋਕਾਂ ਦੇ ਲਈ ਸੀ। ਆਪਣੇ ਹਰ ਸ਼ਲੋਕ ਦੇ ਵਿੱਚ ਉਹਨਾਂ ਨੇ ਨਿਸ਼ਕਾਮਤਾ, ਪਰਮਾਤਮਾ ਤੋਂ ਡਰਨ ਦਾ ਸੰਦੇਸ਼ ਦਿੱਤਾ, ਆਪਣੇ ਮਨ ਨੂੰ ਸ਼ੁੱਧ ਕਰਨ ਦਾ ਸੰਦੇਸ਼ ਦਿੱਤਾ, ਦੂਸਰਿਆਂ ਨਾਲ ਚੰਗਾ ਵਿਵਹਾਰ ਕਰਨ ਦਾ ਸੰਦੇਸ਼ ਦਿੱਤਾ। ਉਸ ਸਮੇਂ ਬੇਟਾ ਜਿਹੜੇ ਸੂਫੀ ਫਕੀਰ ਸੀ ਉਹਨਾਂ ਦੇ ਵਿੱਚ ਕਰਾਮਾਤ ਦੀ ਬਹੁਤ ਜ਼ਿਆਦਾ ਪ੍ਰਚਲਿਤ ਸੀ, ਕਰਾਮਾਤ ਨੂੰ ਬਹੁਤ ਮੰਨਦੇ ਸੀ।
ਪਰ ਸ਼ੇਖ ਫਰੀਦ ਹੈ ਜਿਹੜੇ ਉਹ ਇਹਨਾਂ ਗੱਲਾਂ 'ਚ ਵਿਸ਼ਵਾਸ ਨਹੀਂ ਸੀ ਰੱਖਦੇ। ਉਹ ਕਹਿੰਦੇ ਸੀ ਜਿਹੜੇ ਇੱਕ ਦੂਸਰੇ ਨਾਲ ਅਸੀਂ ਮਿਲ ਕੇ ਰਹਿੰਦੇ ਆ, ਇੱਕ ਦੂਸਰੇ ਨਾਲ ਸਾਡੀ ਮੁਲਾਕਾਤ ਹੈ, ਜਿਹੜੀ ਜਾਣ ਪਹਿਚਾਣ ਹੈ, ਉਸ ਦਾ ਜ਼ਿੰਦਗੀ ਦੇ ਵਿੱਚ ਜ਼ਿਆਦਾ ਮਹੱਤਵ ਹੈ। ਤਾਂ ਇੱਕ ਵਾਰ ਉਹਨਾਂ ਨੇ ਇਸ ਗੱਲ ਨੂੰ ਸਿੱਧ ਵੀ ਕਰਕੇ ਦਿਖਾਇਆ। ਸ਼ੇਖ ਬਹਾਉਦੀਨ ਨਾਲ ਜਦੋਂ ਇੱਕ ਵਾਰ ਉਹ ਸੈਰ ਕਰਦੇ ਕਰਦੇ ਦੂਰ ਨਿਕਲ ਗਏ ਤਾਂ ਤੂਫਾਨ ਹਨੇਰੀ ਹੈ ਜਿਹੜੀ ਉਹ ਚੱਲ ਪਈ। ਤਾਂ ਸ਼ੇਖ ਫਰੀਦ ਨੇ ਸ਼ੇਖ ਬਹਾਉਦੀਨ ਜੀ ਨੂੰ ਕਿਹਾ ਕਿ ਹੁਣ ਤੁਸੀਂ ਕਰਾਮਾਤ ਦਿਖਾਓ, ਕਿਉਂਕਿ ਤੁਸੀਂ ਤਾਂ ਕਰਾਮਾਤ 'ਚ ਵਿਸ਼ਵਾਸ ਰੱਖਦੇ ਹੋ। ਤਾਂ ਉਹ ਕਹਿੰਦੇ ਮੈਂ ਇੰਨੀ ਛੇਤੀ ਹੁਣ ਕੀ ਕਰਾਮਾਤ ਦਿਖਾ ਸਕਦਾ। ਤਾਂ ਬਾਬਾ ਫਰੀਦ ਜੀ ਕਹਿੰਦੇ ਕਿ ਇੱਥੇ ਮੇਰਾ ਇੱਕ ਮੁਲਾਕਾਤੀ ਹੈ, ਆਪਾਂ ਹੁਣ ਉਹਦੇ ਕੋਲ ਜਾਂਦੇ ਆ, ਹੋਰ ਤਾਂ ਆਪਾਂ ਨੂੰ ਆਸੇ-ਪਾਸੇ ਫਿਰ ਕਿਤੇ ਵੀ ਰਹਿਣ ਦੇ ਲਈ ਥਾਂ ਨਹੀਂ। ਤਾਂ ਉਸ ਜਾਣੂ ਦੇ ਕੋਲ ਉਹ ਚਲੇ ਗਏ। ਉਹਨੇ ਆਪਣੀ ਸਮਰੱਥਾ ਦੇ ਅਨੁਸਾਰ ਉਹਨਾਂ ਦੀ ਸੇਵਾ ਕੀਤੀ, ਉਹਨਾਂ ਨੂੰ ਭੋਜਨ ਛਕਾਇਆ, ਆਰਾਮ ਕਰਨ ਲਈ ਬਿਸਤਰਾ ਦਿੱਤਾ। ਤਾਂ ਉਦੋਂ ਸ਼ੇਖ ਫਰੀਦ ਜੀ ਨੇ ਉਹਨਾਂ ਤੋਂ ਪੁੱਛਿਆ ਵੀ ਹੁਣ ਦੱਸੋ ਕਰਾਮਾਤ ਵੱਡੀ ਹੈ ਕਿ ਮੁਲਾਕਾਤ। ਯਾਨੀ ਕਿ ਇਸ ਤਰ੍ਹਾਂ ਛੋਟੀਆਂ-ਛੋਟੀਆਂ ਘਟਨਾਵਾਂ ਹੈ ਜਿਹੜੀਆਂ ਉਹਨਾਂ ਦੀਆਂ ਇਹ ਸਾਨੂੰ ਸੰਦੇਸ਼ ਦਿੰਦੀਆਂ ਸੀ ਕਿ ਸਭ ਤੋਂ ਮਹੱਤਵਪੂਰਨ ਹੈ ਜਿਹੜਾ ਉਹ ਇੱਕ ਦੂਸਰੇ ਦੇ ਨਾਲ ਚੰਗੀ ਭਾਵਨਾ ਦੇ ਨਾਲ ਕੀਤਾ ਹੋਇਆ ਵਿਵਹਾਰ ਹੈ, ਨਾ ਕਿ ਅਸੀਂ ਇੱਕ ਦੂਸਰੇ ਨੂੰ ਬੁਰਾ ਸਮਝੀਏ ਤੇ ਉੱਪਰੋਂ ਅਸੀਂ ਸਾਰੀ ਉਮਰ ਦਿਖਾਵਾ ਕਰਦੇ ਰਹੀਏ। ਇਹ ਬੇਟਾ ਜਦੋਂ ਤੁਸੀਂ ਸਾਰਾ ਪਾਠ ਪੜ੍ਹੋਗੇ ਤਾਂ ਇਹ ਘਟਨਾਵਾਂ ਜਿਹੜੀਆਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਪੜ੍ਹਿਓ ਤਾਂ ਤੁਹਾਨੂੰ ਪਾਠ ਬਹੁਤ ਛੇਤੀ ਸਮਝ ਆ ਜਾਊਗਾ। ਤਾਂ ਸ਼ੇਖ ਫਰੀਦ ਜੀ ਹੈ ਜਿਹੜੇ ਉਹਨਾਂ ਦੇ ਪਰਿਵਾਰ ਦੇ ਬਹੁਤ ਵੱਡਾ ਪਰਿਵਾਰ ਸੀ, ਪਰ ਉਹਨਾਂ ਨੇ ਆਪਦੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਗੱਦੀ ਨਹੀਂ ਦਿੱਤੀ। ਉਹ ਜਿਹੜਾ ਗੱਦੀ ਦਾ ਸਹੀ ਹੱਕਦਾਰ ਸੀ ਉਹ ਸਮਝਦੇ ਸੀ ਵੀ ਉਸ ਨੂੰ ਹੀ ਗੱਦੀ ਮਿਲਣੀ ਚਾਹੀਦੀ ਹੈ, ਇਹ ਨਹੀਂ ਕਿ ਮੈਨੂੰ ਗੱਦੀ ਮਿਲੀ ਹੈ ਤੇ ਮੇਰੇ ਬੱਚਿਆਂ ਨੂੰ ਗੱਦੀ ਮਿਲੂਗੀ। 15 ਅਕਤੂਬਰ 1265 ਈਸਵੀ ਵਿੱਚ ਪਾਕਪਟਨ ਵਿੱਚ ਹੀ ਉਹਨਾਂ ਦੀ ਮੌਤ ਹੋਈ। ਉੱਥੇ ਉਹਨਾਂ ਦਾ ਅੱਜ ਵੀ ਉਹ ਮਕਬਰਾ ਜਿਹੜਾ ਬਣਿਆ ਹੋਇਆ। ਪਿੱਛੇ ਬੇਟਾ ਅਭਿਆਸ ਦੇ ਵਿੱਚ ਔਖੇ ਸ਼ਬਦਾਂ ਦੇ ਅਰਥ ਦਿੱਤੇ ਆ। ਜਿਹੜੇ ਸ਼ਬਦ ਤੁਹਾਨੂੰ ਇਸ ਪਾਠ ਦੇ ਵਿੱਚ ਔਖੇ ਲੱਗੇ ਤੁਸੀਂ ਉਹ ਅਰਥ ਸਮਝ ਲਿਓ, ਇਹਨੂੰ ਪੜ੍ਹ ਲਿਓ। ਉਸ ਤੋਂ ਬਾਅਦ ਅੱਗੇ ਪ੍ਰਸ਼ਨ ਉੱਤਰ ਹੈ। ਪਹਿਲਾ ਪ੍ਰਸ਼ਨ ਹੈ ਬਾਬਾ ਫਰੀਦ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ, ਉਹਨਾਂ ਦੇ ਮਾਤਾ ਪਿਤਾ ਦਾ ਨਾਂ ਕੀ ਸੀ। ਤਾਂ ਇਹ ਹੈ ਕਿ ਬਾਬਾ ਫਰੀਦ ਜੀ ਦਾ ਜਨਮ ਮੁਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਪਿਤਾ ਸ਼ੇਖ ਜਮਾਲੂਦੀਨ ਦੇ ਘਰ ਮਾਤਾ ਕੁਰਸਮ ਦੀ ਕੁੱਖੋਂ 1173 ਈਸਵੀ ਵਿੱਚ ਹੋਇਆ। ਅੱਗੇ ਬਾਬਾ ਫਰੀਦ ਜੀ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸਨ। ਇਹਦਾ ਉੱਤਰ ਹੈ ਬਾਬਾ ਫਰੀਦ ਜੀ ਦਾ ਜੀਵਨ ਬੜਾ ਹੀ ਸਰਲ, ਸਾਦਾ, ਸਬਰ, ਸੰਤੋਖ ਤੇ ਗਰੀਬੀ ਵਾਲਾ ਸੀ। ਉਸ ਤੋਂ ਬਾਅਦ ਹੈ ਬਾਬਾ ਫਰੀਦ ਜੀ ਦਾ ਕੀ ਉਪਦੇਸ਼ ਸੀ। ਉਹਨਾਂ ਦੇ ਉਪਦੇਸ਼ ਦੀ ਪ੍ਰੋੜਤਾ ਕਰਦੀ ਘਟਨਾ ਆਪਣੇ ਸ਼ਬਦਾਂ 'ਚ ਲਿਖੋ। ਇਹਦਾ ਉੱਤਰ ਹੈ ਉਹਨਾਂ ਦਾ ਉਪਦੇਸ਼ ਸੀ ਕਿ ਸਭ ਨਾਲ ਪ੍ਰੇਮ ਕਰੋ ਤੇ ਸਭ ਦਾ ਭਲਾ ਮਨਾਓ। ਜੇ ਕੋਈ ਬੁਰਾ ਵੀ ਕਰੇ ਤਾਂ ਵੀ ਭਲਾਈ ਵਾਲਾ ਵਿਵਹਾਰ ਕਰਕੇ ਉਸ ਦਾ ਦਿਲ ਜਿੱਤਣ ਦਾ ਯਤਨ ਕਰਨਾ ਨੇਕੀ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਡਾ ਤਨ ਮਨ ਸਦਾ ਖੁਸ਼ਹਾਲ ਰਹੇਗਾ। ਤਾਂ ਘਟਨਾ ਦੇ ਵਿੱਚ ਤੁਸੀਂ ਉਹ ਘਟਨਾ ਇੱਥੇ ਲਿਖਣੀ ਹੈ ਕਿ ਇੱਕ ਵਾਰ ਆਪ ਦੇ ਦਰਸ਼ਨ ਕਰਨ ਇੱਕ ਵਿਅਕਤੀ ਆਇਆ ਤਾਂ ਉਹ ਤੁਹਾਡੇ ਲਈ ਤੋਹਫੇ ਵਜੋਂ ਇੱਕ ਕੈਂਚੀ ਲੈ ਕੇ ਆਇਆ। ਤਾਂ ਸ਼ੇਖ ਫਰੀਦ ਜੀ ਨੇ ਉਸ ਕੈਂਚੀ ਨੂੰ ਦੇਖਿਆ ਤੇ ਦੇਖ ਕੇ ਉਹਨੂੰ ਵਾਪਸ ਕਰਤਾ ਤੇ ਉਸ ਵਿਅਕਤੀ ਨੂੰ ਕਿਹਾ ਕਿ ਇਹ ਤਾਂ ਜੁੜਿਆਂ ਹੋਇਆਂ ਨੂੰ ਕੱਟਦੀ ਹੈ, ਇਸ ਲਈ ਇਹ ਮੇਰੇ ਕਿਸੇ ਕੰਮ ਦੀ ਨਹੀਂ। ਜੇ ਤੂੰ ਮੈਨੂੰ ਕੁਝ ਭੇਂਟ ਕਰਨਾ ਹੀ ਚਾਹੁੰਦਾ ਹੈ ਤਾਂ ਮੈਨੂੰ ਇੱਕ ਛੋਟੀ ਜਿਹੀ ਸੂਈ ਭੇਂਟ ਕਰ ਜਿਹੜੀ ਕਿ ਫਟੇ ਹੋਏ ਨੂੰ ਵੀ ਜੋੜਦੀ ਹੈ, ਯਾਨੀ ਕਿ ਲੋਕਾਂ ਨੂੰ ਇੱਕ ਦੂਸਰੇ ਦੇ ਨਾਲ ਜੋੜਦੀ ਹੈ। ਅੱਗੇ ਬੇਟਾ ਸ਼ਲੋਕ ਹੈ ਫਰੀਦ ਕਨ ਮੁਸਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ। ਉਪਰੋਕਤ ਸ਼ਲੋਕ ਦਾ ਭਾਵ ਸਪਸ਼ਟ ਕਰੋ। ਯਾਨੀ ਕਿ ਇਸ ਸ਼ਲੋਕ ਦਾ ਕੀ ਮਤਲਬ ਹੈ, ਸ਼ੇਖ ਫਰੀਦ ਜੀ ਨੇ ਇਸ ਸ਼ਲੋਕ ਵਿੱਚ ਕੀ ਕਿਹਾ। ਹੁਣ ਸ਼ੇਖ ਫਰੀਦ ਜੀ ਹੈ ਜਿਹੜੇ ਉਹ ਇਸ ਸ਼ਲੋਕ ਦੇ ਵਿੱਚ ਅੰਦਰੂਨੀ ਸ਼ੁੱਧਤਾ ਤੇ ਜ਼ੋਰ ਦਿੰਦੇ ਆ। ਉਹ ਕਹਿੰਦੇ ਜੇ ਬਾਹਰੀ ਦਿਖਾਵਾ ਹੈ ਸਾਡੇ ਕੋਲੇ, ਅਸੀਂ ਕੱਪੜੇ ਪਾ ਲਏ ਸੂਫੀ ਫਕੀਰਾਂ ਵਾਲੇ, ਪਰ ਦਿਲ ਦੇ ਵਿੱਚ ਸਾਡੇ ਹਜੇ ਵੀ ਹਨੇਰਾ ਪਿਆ ਹੈ, ਕੋਈ ਚਾਨਣ ਨਹੀਂ, ਸ਼ੁੱਧਤਾ ਨਹੀਂ, ਤਾਂ ਫਿਰ ਉਸ ਬਾਹਰੀ ਦਿਖਾਵੇ ਦਾ ਕੋਈ ਅਰਥ ਨਹੀਂ।
ਅੱਗੇ ਬਾਬਾ ਫਰੀਦ ਜੀ ਮੁਲਾਕਾਤ ਤੇ ਕਰਾਮਾਤ ਵਿੱਚੋਂ ਕਿਹੜੀ ਗੱਲ ਨੂੰ ਵੱਡਾ ਕਹਿੰਦੇ ਸਨ, ਇਹ ਗੱਲ ਉਹਨਾਂ ਨੇ ਕਿਵੇਂ ਸੱਚੀ ਸਿੱਧ ਕਰਕੇ ਦਿਖਾਈ। ਤਾਂ ਇਹਦੇ ਵਿੱਚ ਆਪਾਂ ਇਹ ਲਿਖਣਾ ਹੈ ਕਿ ਬਾਬਾ ਫਰੀਦ ਜੀ ਮੁਲਾਕਾਤ ਤੇ ਕਰਾਮਾਤ ਵਿੱਚੋਂ ਮੁਲਾਕਾਤ ਨੂੰ ਵੱਡਾ ਸਮਝਦੇ ਸੀ। ਉਹ ਕਿਵੇਂ ਸਿੱਧ ਕਰਕੇ ਉਹਨਾਂ ਨੇ ਇਹ ਗੱਲ ਦਿਖਾਈ ਕਿ ਇੱਕ ਵਾਰ ਸ਼ੇਖ ਫਰੀਦ ਜੀ ਸ਼ੇਖ ਬਹਾਉਦੀਨ ਨਾਲ ਜਾ ਰਹੇ ਸੀ, ਉਹ ਗੱਲਾਂ ਕਰਦੇ ਸੈਰ ਕਰਦੇ ਦੂਰ ਨਿਕਲ ਗਏ ਤਾਂ ਉਸ ਸਮੇਂ ਹਨੇਰੀ ਤੇ ਤੂਫਾਨ ਹੈ ਜਿਹੜਾ ਉਹ ਆਉਣ ਲੱਗ ਪਿਆ ਤਾਂ ਪਿੱਛੇ ਨਹੀਂ ਸੀ ਮੁੜਿਆ ਜਾ ਸਕਦਾ। ਤਾਂ ਉਸ ਸਮੇਂ ਬਾਬਾ ਫਰੀਦ ਜੀ ਨੇ ਸ਼ੇਖ ਬਹਾਉਦੀਨ ਜੀ ਨੂੰ ਕਿਹਾ ਕਿ ਹੁਣ ਤੁਸੀਂ ਕੋਈ ਕਰਾਮਾਤ ਕਰੋ ਕਿ ਆਪਾਂ ਬਚ ਸਕੀਏ। ਪਰ ਉਹ ਕਹਿੰਦੇ ਇੰਨੀ ਛੇਤੀ ਕੀ ਕਰਾਮਾਤ ਹੋ ਸਕਦੀ ਹੈ, ਮੈਂ ਹੁਣ ਇਸ ਵੇਲੇ ਕੋਈ ਕਰਾਮਾਤ ਨਹੀਂ ਕਰ ਸਕਦਾ। ਤਾਂ ਬਾਬਾ ਫਰੀਦ ਜੀ ਕਹਿੰਦੇ ਠੀਕ ਹੈ, ਇੱਥੇ ਨੇੜੇ ਹੀ ਮੇਰਾ ਇੱਕ ਮੁਲਾਕਾਤੀ ਰਹਿੰਦਾ ਹੈ, ਆਪਾਂ ਉਹਦੇ ਕੋਲ ਜਾਂਦੇ ਆ। ਤਾਂ ਉਹਦੇ ਘਰ ਚਲੇ ਗਏ। ਉਹਨੇ ਬੇਟਾ ਬਣਦਾ ਮਾਣ ਸਤਿਕਾਰ ਦਿੱਤਾ ਦੋਹਾਂ ਨੂੰ, ਜੋ ਭੋਜਨ ਛਕਾਇਆ, ਆਰਾਮ ਕਰਨ ਦੇ ਲਈ ਬਿਸਤਰ ਦਿੱਤਾ। ਤਾਂ ਉਸ ਸਮੇਂ ਬਾਬਾ ਫਰੀਦ ਜੀ ਨੇ ਸ਼ੇਖ ਬਹਾਉਦੀ ਜੀ ਨੂੰ ਪੁੱਛਿਆ ਕਿ ਹੁਣ ਦੱਸੋ ਮੁਲਾਕਾਤ ਵੱਡੀ ਹੈ ਕਿ ਕਰਾਮਾਤ। ਤਾਂ ਉਦੋਂ ਉਹ ਵੀ ਮੰਨ ਗਏ ਕਿ ਮੁਲਾਕਾਤ ਹੈ ਜਿਹੜੀ ਉਹ ਕਰਾਮਾਤ ਤੋਂ ਵੀ ਵੱਡੀ ਹੈ। ਇਸ ਤੋਂ ਬਾਅਦ ਬੇਟਾ ਵਾਕ ਨੇ, ਵਾਕਾਂ ਦੇ ਤੁਸੀਂ ਆਪਣੇ ਆਪ ਹੀ ਅਰਥ ਸਮਝ ਕੇ ਪੂਰੇ ਵਾਕ ਬਣਾ ਲੈਣੇ ਆ। ਅੱਗੇ ਵਿਆਕਰਨ ਦਾ ਭਾਗ ਹੈ। ਇਹ ਬੇਟਾ ਪਹਿਲਾਂ ਆਪਾਂ ਵਿਆਕਰਨ ਦੀ ਦੁਹਰਾਈ ਕਰਾਂਗੇ, ਪੜਨਾਮ ਪੜਾਂਗੇ, ਉਸ ਤੋਂ ਬਾਅਦ ਇਸ ਨੂੰ ਹੱਲ ਕਰਾਂਗੇ।